ਸਤਿ ਸ਼੍ਰੀ ਅਕਾਲ ਜੀ। YouTube ਚੈਨਲ ਪੰਜਾਬੀ ਸਟੋਰੀ ਟੇਸ਼ਨ ਤੇ ਤੁਹਾਡਾ ਸਵਾਗਤ ਤੇ ਮੈਂ ਤੁਹਾਡੀ ਜੱਸੀ ਸੰਧੂ। ਤੇ ਅੱਜ ਦੇ ਪੋਡਕਾਸਟ ਵਿੱਚ ਤੁਸੀਂ ਸੁਣੋਗੇ ਸੁਖਜੀਤ ਜੀ ਦੀ ਲਿਖੀ ਹੋਈ ਕਹਾਣੀ ਗੱਲ ਦਾ ਮੁੱਲ। ਕਿਸੇ ਜੱਟ ਦੀ 11 ਕਿੱਲੇ ਜ਼ਮੀਨ ਲੱਗਦੀ ਸੀ ਡੇਰੇ ਦੇ ਨਾਲ। ਪਿਛਲੇ ਕਈ ਸਾਲਾਂ ਤੋਂ ਮਾਤਾ ਜੀ, ਗੁਰੂ ਜੀ ਦੇ ਮਹਿਲ, ਪਹਿਲਾਂ ਵਾਲੇ ਸਰਪੰਚ ਤੇ ਹੋਰ ਮੁਖਤਿਆਰ ਜ਼ੋਰ ਲਾ ਚੁੱਕੇ ਸਨ। ਇੱਕ ਦਿਨ ਉੱਧਰ ਘੁੰਮਦਿਆਂ ਗੁਰੂ ਜੀ ਨੇ ਸਾਂਝਾ ਜਿਹਾ ਹੁਕਮ ਕੀਤਾ ਕਿ ਇਸ ਜ਼ਮੀਨ ਤੋਂ ਬਿਨਾਂ ਆਪਣਾ ਸਰਨਾ ਨਹੀਂ। ਮੈਨੂੰ ਲੱਗਿਆ ਜਿਵੇਂ ਇਹ ਚੈਲੰਜ ਹੋਵੇ ਮੇਰੇ ਲਈ। ਮੈਂ ਸੁਭਾਵਿਕ ਇੱਕ ਦੋ ਚੱਕਰ ਜ਼ਮੀਨ ਵਾਲਿਆਂ ਦੇ ਘਰ ਮਾਰੇ ਤੇ ਡੇਰੇ ਲਈ ਜ਼ਮੀਨ ਮੰਗਣ ਦੀ ਥਾਂ ਤੇ ਇਹ ਪੱਕੀ ਕਰ ਆਇਆ ਕਿ ਡੇਰੇ ਵਾਲਿਆਂ ਨੂੰ ਜ਼ਮੀਨ ਨਹੀਂ ਦੇਣੀ ਆਪਾਂ। ਇਹ ਮਾਣੇਵਾਲਿਆ ਦਾ ਸੁਖਜੀਤ ਦਾ ਪਿੰਡ ਮਾਣੇਵਾਲ ਹੈ ਗੱਲ ਨੂੰ ਪੁੱਠੇ ਪਾਸਿਓਂ ਸ਼ੁਰੂ ਕਰਨਾ। ਉਹ ਮੈਨੂੰ ਆਪਣਾ ਹਮਦਰਦ ਸਮਝਣ ਲੱਗੇ। ਗੁਰੂ ਜੀ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਜ਼ਮੀਨ ਵਾਲਿਆਂ ਵੱਲ ਹੋ ਆਇਆ। ਕਈ ਦਿਨਾਂ ਪਿੱਛੋਂ ਗੁਰੂ ਜੀ ਦੇ ਨਿੱਜੀ ਸਕੱਤਰ ਸੰਤ ਤਰਸੇਮ ਸਿੰਘ ਗੁਰੂ ਜੀ ਕੋਲ ਮੇਰੀ ਪ੍ਰਸ਼ੰਸਾ ਕਰਦੇ ਕਹਿ ਰਹੇ ਸਨ, ਇਹ ਬੜਾ ਸ਼ੈਤਾਨ ਹੈ। ਗੁਰੂ ਜੀ ਨੇ ਉਹਨੂੰ ਟੋਕਿਆ, ਸ਼ੈਤਾਨ ਨਹੀਂ, ਚਲਾਕ ਹੈ ਜਾਂ ਸਿਆਣਾ। ਨਾਲ ਹੀ ਮੈਨੂੰ ਕਹਿਣ ਲੱਗੇ, ਤੂੰ ਉਹ ਜ਼ਮੀਨ ਵਾਲਾ ਕੰਮ ਕਿੰਨੇ ਚਿਰਾਂ 'ਚੋਂ ਕਰੇਂਗਾ? 2 ਮਹੀਨੇ 'ਚੋਂ ਕਰ ਦੇਂਗਾ। ਮੇਰੇ ਮੂੰਹੋਂ ਨਿਕਲ ਗਿਆ, ਆਪ ਜੀ ਦੀ ਕਿਰਪਾ ਚਾਹੀਦੀ ਏ, ਕੰਮ ਤਾਂ 2 ਦਿਨਾਂ 'ਚ ਹੋ ਜੂ। ਸਾਰੇ ਹੱਸ ਪਏ। ਮੈਨੂੰ ਲੱਗਿਆ ਗੱਲ ਆਈ ਗਈ ਹੋਗੀ। ਪਰ 2 ਦਿਨ ਬਾਅਦ ਮੈਂ ਪਹਿਰੇ ਵਾਲਿਆਂ ਕੋਲ ਖੜਾ ਸੀ। ਬੈਡਮਿੰਟਨ ਖੇਡਣ ਜਾਂਦਿਆਂ ਗੁਰੂ ਜੀ ਨੇ ਗੱਡੀ 'ਚੋਂ ਇਸ਼ਾਰਾ ਕਰਕੇ ਕਿਹਾ, 2 ਦਿਨ ਲੰਘ ਚੱਲੇ ਨੇ। ਮੈਂ ਕਿਹਾ, ਚੱਲ ਮਨਾ, ਇਹ ਤਾਂ ਅੱਜ ਹੀ ਕਰਨਾ ਪਊ। ਸੋਚਦਾ ਮੈਂ ਸਾਹਨੇਵਾਲ ਥਾਣੇ ਪਹੁੰਚ ਗਿਆ। ਮੈਂ ਪਿੰਡ ਵਿੱਚੋਂ ਪਤਾ ਕਰ ਆਇਆ ਸੀ ਕਿ ਪਿੰਡ ਦਾ ਭਗੌੜਾ ਹੋਇਆ ਖਾੜਕੂ ਮੁੰਡਾ ਜ਼ਮੀਨ ਵਾਲਿਆਂ ਦੇ ਘਰ ਆਉਂਦਾ ਜਾਂਦਾ ਰਾਤ ਬਰਾਤੇ। ਮੈਂ SHO ਨੂੰ ਗੱਲ ਸਮਝਾਈ, ਉਹਨੂੰ ਡੇਰੇ ਦੀ ਸੇਵਾ ਕਰਨ ਲਈ ਮਨਾਇਆ। ਉਹਦਾ ਸੇਵਾ ਫਲ ਮੁਕਾਇਆ ਤੇ ਭੈਣੀ ਸਾਹਿਬ ਆ ਗਿਆ। ਜਦੋਂ ਗੁਰੂ ਜੀ ਬੈਡਮਿੰਟਨ ਖੇਡ ਕੇ ਕੋਠੀ ਪਹੁੰਚੇ ਤਾਂ ਜ਼ਮੀਨ ਵਾਲੇ ਦੀ ਘਰਵਾਲੀ ਤੇ ਛੋਟਾ ਭਰਾ ਗੁਰੂ ਜੀ ਅੱਗੇ ਰੋ ਰੋ ਅਰਜ਼ ਕਰ ਰਹੇ ਸਨ ਜੀ ਸਾਡੀ ਉਹਨਾਂ ਨੂੰ ਪੁਲਿਸ ਚੁੱਕ ਕੇ ਲੈ ਗਈ। ਕਹਿੰਦੇ ਸੀ ਤੁਹਾਡੇ ਘਰੇ ਅੱਤਵਾਦੀ ਆਉਂਦੇ ਨੇ, ਅੱਜ ਰਾਤ ਨੂੰ ਮੁਕਾਬਲਾ ਨਾ ਬਣਾ ਦੇਣ। ਗੁਰੂ ਜੀ ਨੇ ਉਹਨਾਂ ਨੂੰ ਤੋਰ ਕੇ ਦੂਜੇ ਮੁਖਤਿਆਰ ਨੂੰ ਹੁਕਮ ਜਾਰੀ ਕੀਤਾ, ਸੁਖਜੀਤ ਤੋਂ ਬਿਨਾਂ ਕੋਈ ਛਡਾਉਣ ਨਹੀਂ ਜਾਵੇਗਾ। ਮੈਂ ਦੁਬਾਰਾ ਥਾਣੇ ਜਾ ਪਹੁੰਚਿਆ। ਉਦੋਂ ਤੱਕ ਪੁਲਿਸ ਨੇ ਉਹਨੂੰ ਚੰਗੀ ਤਰ੍ਹਾਂ ਡਰਾ ਧਮਕਾ ਦਿੱਤਾ ਸੀ। ਮੈਨੂੰ ਵੇਖ ਉਹ ਸੀਖਾਂ ਫੜ ਰੋਣ ਲੱਗਾ। ਮੈਂ ਪੈਂਦਿਆਂ ਹੀ ਬੋਲਿਆ, ਤੈਨੂੰ ਕਿਹਾ ਸੀ ਨਾ ਬਈ, ਤੇਰੀ ਜ਼ਮੀਨ ਤੇ ਅੱਖ ਆ ਇਹਨਾਂ ਦੀ। ਇਹ ਡੇਰੇ ਵਾਲੇ ਚੰਗੇ ਬੰਦੇ ਨਹੀਂ, ਤੈਨੂੰ ਮਰਵਾ ਦੇਣਗੇ। ਭਰਾ ਤੇਰਾ ਉਹ ਨਿਆਣੇ ਜ਼ਮੀਨ ਵੀ ਸਾਂਭਣਗੇ, ਤੀਵੀਆਂ ਵੀ। ਇਹਦੇ ਨਾਲੋਂ ਇਹ ਨਹੀਂ ਚੰਗਾ ਮੇਰੇ ਆਖੇ ਲੱਗ, ਵੱਟੇ 'ਚੋਂ ਜ਼ਮੀਨ ਲੈ ਕੇ ਪਾਸੇ ਹੋ ਜਾ। ਉਹਨੂੰ ਉਦੋਂ ਮੇਰਾ ਹੀ ਆਸਰਾ ਸੀ। ਕਹਿਣ ਲੱਗਾ, ਤੂੰ ਜਿਵੇਂ ਕਵੇਂਗਾ ਉਵੇਂ ਹੀ ਕਰੂੰ ਬਾਈ, ਬਸ ਇੱਥੋਂ ਕੱਢ। SHO ਨੂੰ ਕਹਿ ਕੇ ਉਸ ਦੇ ਖਾਲੀ ਕਾਗਜ਼ਾਂ ਦੇ ਸਾਈਨ ਕਰਵਾਏ ਤੇ ਉਹਨੂੰ ਲੈ ਕੇ ਸਿੱਧਾ ਭੈਣੀ ਸਾਹਿਬ ਪਹੁੰਚਿਆ, ਗੁਰੂ ਜੀ ਦੀ ਕੋਠੀ। ਉਹਨੂੰ ਗੁਰੂ ਜੀ ਦੇ ਸਾਹਮਣੇ ਖਿਲਾਰ ਅਰਜ਼ ਕੀਤੀ, ਪਾਤਸ਼ਾਹ ਇਹਦੀਆਂ ਪਿਛਲੀਆਂ ਭੁੱਲਾਂ ਬਖਸ਼ ਦਿਓ, ਇਹ ਵੀ ਆਪ ਜੀ ਦਾ ਹੀ ਆ, ਇਹਦੀ ਜ਼ਮੀਨ ਵੀ ਆਪ ਜੀ ਦੀ, ਬਸ ਬਾਲ ਬੱਚੇਦਾਰ ਆ, ਗਰੀਬ, ਆਪ ਗਰੀਬ ਨਵਾਜ ਹੋ। ਗੁਰੂ ਜੀ ਨੇ ਮੈਨੂੰ ਕਿਹਾ, ਇਹਦੇ ਨਾਲ ਮੁਕਾ ਲੈ। ਉਹਨਾਂ ਵੱਡੇ ਦਿਲ ਨਾਲ ਕਿਹਾ, ਇਹਨੂੰ ਘਾਟਾ ਨਾ ਰਵੇ। ਉਂਝ ਗੁਰੂ ਜਗਜੀਤ ਸਿੰਘ ਜੀ ਦਾ ਦਿਲ ਸੱਚਮੁੱਚ ਹੀ ਬੜਾ ਵੱਡਾ ਸੀ। ਮੈਂ ਵੀ ਚੰਗਾ ਕੰਮ ਇਹ ਕੀਤਾ ਕਿ ਉਹਨੂੰ ਉਸ ਦੀ ਜ਼ਮੀਨ ਦੇ ਬਦਲੇ 2.5 ਗੁਣਾ ਜ਼ਮੀਨ ਬੇਟ ਵਿੱਚ ਤੇ ਉਸ ਦੀ ਘਰਵਾਲੀ ਦੇ ਕਹਿਣ ਤੇ ਕੋਠੀ ਬਣਾਉਣ ਦੀ ਥਾਂ ਤੇ ਪੈਸੇ ਗੁਰੂ ਜੀ ਕੋਲੋਂ ਲੈ ਕੇ ਦੇ ਦਿੱਤੇ, ਕਿਉਂਕਿ ਉਹਦੀ ਘਰਵਾਲੀ ਨੇ ਕਿਹਾ ਸੀ ਅਸੀਂ ਰਹਿਣਾ ਤਾਂ ਇੱਥੇ ਹੀ ਆ, ਤੁਹਾਡੇ ਚਰਨਾਂ ਦੇ ਕੋਲ। ਅੱਜ ਸਾਡੇ ਤੇ ਭੀੜ ਬਣੀ ਤਾਂ ਡੇਰਾ ਝੱਟ ਬੋੜ ਪਿਆ। ਉੱਥੇ ਸਾਨੂੰ ਕਿੰਨੇ ਪੁੱਛਣਾ ਸੀ? ਅਜਿਹੀਆਂ ਬਹੁਤ ਘਟਨਾਵਾਂ ਨਾਲ ਲੱਗਦੇ ਕਈ ਜ਼ਮੀਨ ਵਾਲਿਆਂ ਨੂੰ ਐਵੇਂ ਹੀ ਵਸਾ ਕੇ ਮਾਰਿਆ। ਕੱਲਾ ਬਹਿ ਕੇ ਸੋਚਦਾ ਤਾਂ ਆਤਮ ਗਲਾਨੀ ਹੁੰਦੀ ਆ, ਪਰ ਅਗਲੇ ਹੀ ਪਲ ਉਹ 2 ਪੀੜ੍ਹੀਆਂ ਤੋਂ ਜਿੱਦ ਫੜੀ 19 ਜ਼ਮੀਨ ਤੇ ਬੈਠੇ ਸੀ। ਨਿੱਤ ਨਵੇਂ ਨਾਲ ਲੜਾਈ। ਹੁਣ ਮੈਂ ਉਹਨਾਂ ਦੀ ਦੁੱਗਣੀਆਂ ਤਿੱਗਣੀਆਂ ਜ਼ਮੀਨਾਂ ਬਣਾ ਦਿੱਤੀਆਂ, ਕੋਠੀਆਂ ਪਵਾ ਦਿੱਤੀਆਂ। ਅੱਜ ਫਸਲ ਦੀ ਚੰਗੀ ਆਮਦਨ ਆ, ਕਾਰਾਂ ਨੇ ਉਹਨਾਂ ਕੋਲ, ਬੱਚੇ ਪੜ੍ਹ ਰਹੇ ਨੇ। ਖੁਦ ਨੂੰ ਤਰਵਾਸ ਦਿੰਦਾ ਕਿ ਉਹਨਾਂ ਦਾ ਭਲਾ ਹੀ ਕੀਤਾ, ਧੱਕੇ ਤੇ ਧੋਖੇ ਨਾਲ ਹੀ ਸਹੀ। ਫਿਰ ਵੀ ਅੱਜ ਜਦੋਂ ਪੁਰਾਣੇ ਕਿੱਸੇ ਯਾਦ ਆਉਂਦੇ ਨੇ, ਚਿੱਤ ਦੁਖੀ ਜ਼ਰੂਰ ਹੁੰਦਾ। ਇਹ ਮਨੁੱਖ ਦਾ ਸੁਭਾਅ ਆ ਕਿ ਆਪਣੇ ਕੀਤੇ ਗਲਤ ਕੰਮਾਂ ਨੂੰ ਜਸਟੀਫਾਈ ਕਰਦਾ ਰਹਿੰਦਾ ਹੈ। ਹੁਣ ਫਿਰ ਮੇਰੇ ਅੰਦਰੋਂ ਇੱਕ ਦਲੀਲ ਉੱਠੀ ਕਿ ਗਲਤ ਠੀਕ ਕੁਝ ਨਹੀਂ ਹੁੰਦਾ, ਇੱਕੋ ਹੀ ਗੱਲ ਆ, ਇੱਕ ਲਈ ਗਲਤ ਤਾਂ ਦੂਜੇ ਲਈ ਠੀਕ ਹੋ ਸਕਦੀ। ਮੈਨੂੰ ਇਹ ਦੰਭ ਵਸਾ ਕੇ ਮਾਰਨ ਵਰਗੇ ਇਹ ਪਾਪ ਉਦੋਂ ਕਰਨੇ ਹੀ ਪੈਣੇ ਸਨ ਜਦੋਂ ਮੇਰੇ ਕੋਲ ਪੂਰੀ ਪਾਵਰ ਨਹੀਂ ਸੀ, ਪੂਰਾ ਸ਼ਕਤੀਮਾਨ ਨਹੀਂ ਸੀ ਹੋਇਆ। ਮੈਂ ਸ਼ਕਤੀਵੀਰ ਹੋਣ ਪਿੱਛੋਂ ਅਜਿਹਾ ਫਿਰ ਕੁਝ
ਨਹੀਂ ਸਾਂ ਕਰਦਾ, ਫਿਰ ਤਾਂ ਹਿੱਕ ਦੇ ਜ਼ੋਰ ਨਾਲ ਕੰਮ ਕਰਦਾ, ਲਿਚ ਗੜੀਚੀਆਂ ਦੀ ਲੋੜ ਹੀ ਨਹੀਂ ਰਹਿੰਦੀ। ਫਿਰ ਤਾਂ ਜਿਵੇਂ ਕਹਿੰਦੇ ਨੇ ਨਾ, ਸਿੱਕਾ ਚੱਲਦੇ ਤੁਹਾਡਾ। ਬੜੀਆਂ ਉਦਾਹਰਨਾਂ ਨੇ ਮੇਰੇ ਕੋਲ। ਇੱਕ ਵਾਰੀ ਗੁਰੂ ਜੀ ਦੇ ਖਜ਼ਾਨਚੀ ਪੁਰਬਾ ਜੀ ਨੇ 30 ਕਿੱਲੇ ਜ਼ਮੀਨ ਖਰੀਦ ਲਈ ਕੋਹਾੜਾ ਰੋਡ 'ਤੇ, ਪਰ ਇਸ ਜ਼ਮੀਨ ਦੇ ਫਰੰਟ 'ਤੇ ਲੱਗਦੇ 5 ਕਿੱਲੇ ਵਾਲੇ ਜਿੰਨਾ ਪਹਿਲਾਂ ਹਾਮੀ ਭਰੀ ਸੀ ਜ਼ਮੀਨ ਵਿੱਚ ਦੇਣ ਦੀ, ਬਾਅਦ 'ਚੋਂ ਮੁੱਕਰ ਗਏ। ਇਹਨਾਂ 5 ਕਿੱਲਿਆਂ ਕਰਕੇ ਹੀ 30 ਕਿੱਲਿਆਂ 'ਤੇ ਪੈਸੇ ਲਾਏ ਸਨ। ਇਹ 5 ਕਿੱਲੇ ਲੈ ਕੇ ਉਹਨਾਂ ਸੜਕ ਨਾਲ ਲੱਗਣਾ ਸੀ, ਨਹੀਂ ਤਾਂ 30 ਕਿੱਲਿਆਂ ਨੂੰ ਰਾਹ ਵੀ ਪਿੰਡ ਦੇ ਉੱਤੋਂ ਦੀ ਵਲ ਕੇ ਆਉਂਦਾ ਸੀ, ਬਹੁਤ ਦੂਰੋਂ। ਪੁਰਬਾ ਜੀ ਨੇ ਉਹਨਾਂ ਨੂੰ ਵੱਧ ਪੈਸੇ ਵੀ ਕਹਿ ਲਏ, ਪਰ ਉਹ ਮੰਨਣ ਨਾ। ਦੁਖੀ ਹੋ ਕੇ ਪੁਰਬਾ ਜੀ ਨੇ ਮੈਨੂੰ ਕਿਹਾ, ਮੈਂ 2 ਗੱਡੀਆਂ ਭਰ ਕੇ ਬੰਦੂਕਾਂ ਵਾਲੇ ਮੁੰਡਿਆਂ ਦੀਆਂ ਉਹਨਾਂ ਦੇ ਘਰ ਜਾ ਪੁੱਜਾ ਤੇ ਸਿੱਧੀ ਗੱਲ ਕੀਤੀ, ਬਈ ਸਾਡਾ ਇਸ ਜ਼ਮੀਨ ਮਨਾ ਸਰਦਾ ਨਹੀਂ, ਤੁਸੀਂ ਪੈਸੇ ਲਓ ਤੇ ਰਜਿਸਟਰੀ ਕਰਵਾ ਦਿਓ, ਨਹੀਂ ਜ਼ਮੀਨ ਅਸੀਂ ਵਾਹ ਲੈਣੀ ਆ। ਫਿਰ ਲੜਾਈ ਹੋਊ, ਕੇਸ ਚੱਲੂ, ਮਹੀਨੇ 'ਚੋਂ 26 ਤਰੀਕਾਂ ਸਾਡੀਆਂ ਪਹਿਲਾਂ ਪੈਂਦੀਆਂ, 27ਵੀਂ ਹੋਰ ਪੈ ਜੂ, ਸਾਨੂੰ ਫਰਕ ਨਹੀਂ ਜੇ ਪੈਣਾ, ਤੁਸੀਂ ਉਲਝੋਗੇ, ਦੁਖੀ ਹੋਵੋਗੇ। ਉਹ ਡਰ ਗਏ, ਕਹਿੰਦੇ 2 ਦਿਨ ਦੇ ਦਿਓ ਸਲਾਹ ਕਰਨ ਲਈ। ਅਸੀਂ 2 ਦਿਨ ਬਾਅਦ ਗਏ ਤੇ ਉਹਨਾਂ ਬੰਦੇ ਇਕੱਠੇ ਕੀਤੇ ਹੋਏ ਸਨ। ਮੈਨੂੰ ਥੋੜ੍ਹਾ ਵੱਟ ਚੜਿਆ, ਪਰ ਠਰੰਮੇ ਨਾਲ ਕਿਹਾ, ਆ ਤੁਸੀਂ ਚੰਗਾ ਨਹੀਂ ਕੀਤਾ ਜਿਹੜਾ ਬੰਦੇ ਬੁਲਾ ਲਏ, ਨਹੀਂ ਸਾਡੇ ਮਨ 'ਚੋਂ ਰਹਿਣਾ ਸੀ ਕਿ ਗਰੀਬ ਮਾਰ ਹੋ ਗਏ, ਤੁਸੀਂ ਥ੍ਰੈਟ ਕਰ ਦਿਓ। ਇਹ ਕੋਈ ਲੰਮਾ ਚੌੜਾ ਬੰਦਾ ਸੀ। ਮੈਂ ਪੁੱਛਿਆ, ਤੁਸੀਂ ਕੌਣ ਆ? ਤਾਂ ਜ਼ਮੀਨ ਵਾਲਾ ਬੋਲਿਆ, ਇਹ ਸਾਡੇ ਫੁੱਫੜ ਜੀ ਨੇ, ਮਿਲਟਰੀ 'ਚੋਂ ਕਰਨਲ ਨੇ। ਮੈਂ ਹੋਰ ਵੀ ਧੀਰਜ ਨਾਲ ਕਿਹਾ, ਕਰਨਲ ਸਾਹਿਬ ਤੁਸੀਂ ਤਾਂ ਸਿਆਣੇ ਹੋ, ਥ੍ਰੈਟ ਉਹ ਕਰਦਾ ਹੁੰਦਾ ਜਿਹੜਾ ਕੁਝ ਨਾ ਸਕਦਾ ਹੋਵੇ, ਮੈਂ ਥ੍ਰੈਟ ਕਿਉਂ ਕਰਾਂ? ਮੈਂ ਸਿੱਧਾ ਉਹਨਾਂ ਦੀ ਅੱਖਾਂ ਵੱਲ ਦੇਖ ਕੇ ਬੋਲਿਆ। ਉਹ ਇੱਕਦਮ ਬੋਲਿਆ, ਮੈਂ 2 ਮਿੰਟ ਤੁਹਾਡੇ ਨਾਲ ਗੱਲ ਕਰਨੀ ਹੈ, ਆਓ। ਮੈਂ ਸਿੱਧਾ ਇੱਕ ਕਮਰੇ ਵੱਲ ਨੂੰ ਹੋ ਤੁਰਿਆ। ਮੁੰਡੇ ਨਾਲ ਆਉਣ ਲੱਗੇ, ਮੈਂ ਡੱਕ ਦਿੱਤੇ। ਤੁਸੀਂ ਇਹਨਾਂ ਨੂੰ 1.2 ਲੱਖ ਦੇ ਸਕਦੇ ਹੋ। ਉਹਨੇ ਫੌਜੀਆਂ ਵਾਂਗ ਮੈਨੂੰ ਸਿੱਧਾ ਪੁੱਛਿਆ, ਬਿਨਾਂ ਵਿੰਗਵਾਲ ਤੋਂ। ਉਦੋਂ ਉੱਥੇ 1.25 ਲੱਖ ਦਾ ਰੇਟ ਸੀ। ਉਹ 1.60-70 ਤੇ ਨਿਬੇੜਨੀ ਚਾਹੁੰਦਾ ਸੀ, ਪਰ ਮੈਂ ਕਿਹਾ ਦਿੱਤਾ 2 ਲੱਖ ਹੀ। ਉਹਨੇ ਹੈਰਾਨੀ 'ਚ ਹੀ ਨਾ ਮੇਰੇ ਵੱਲ ਹੱਥ ਵਧਾਇਆ ਤੇ ਕਿਹਾ ਡਨ, ਤੇ ਮੈਂ ਉਹਦਾ ਹੱਥ ਘੁੱਟਦਿਆਂ ਕਿਹਾ ਡਨ। ਮੈਂ ਜਾਣਦਾ ਸੀ ਕਿ ਕਚਹਿਰੀ ਵਿੱਚ ਕੇਸ ਗਿਆ, ਹਾਰਨ ਵਾਲੀ ਦੀ ਸੁਆਹ ਹੁੰਦੀ ਤੇ ਜਿੱਤਣ ਵਾਲੇ ਦੇ ਕੋਲੇ ਪੱਲੇ ਕਿਸੇ ਦੇ ਕੁਛ ਨਹੀਂ ਪੈਂਦਾ। ਮੈਂ ਗੱਲ ਦੀ ਕਦਰ ਕਰਦਾ, ਚੰਗੀ ਢੁਕਵੀਂ ਤੇ ਠੋਸ ਗੱਲ ਦੀ। ਦਾਤ ਤਾਂ ਮੈਂ ਪਹਿਲਾਂ ਤੋਂ ਹੀ ਦਿੰਦਾ ਸੀ, ਪਰ ਬਾਅਦ ਵਿੱਚ ਪੰਚਾਇਤ 'ਚੋਂ ਬੈਠਣ ਕਰਕੇ ਤੇ ਕਈ ਫੈਸਲਿਆਂ 'ਚੋਂ ਪੰਚਾਇਤੀ ਬਣ ਦੇਖ ਦੋਹਾਂ ਧਿਰਾਂ ਦੀਆਂ ਸੁਣ ਕੇ ਪੰਚਾਇਤੀ ਫੈਸਲਾ ਦੇਣ ਵੇਲੇ ਦੇਖਿਆ ਕਿ ਗੱਲ ਕਰਕੇ ਪੰਚਾਇਤ ਨੂੰ ਕੀ ਲੈਣ ਵਾਲੇ ਥੋੜ੍ਹੇ ਹੁੰਦੇ ਨੇ, ਉਹੀ ਬੰਦੇ ਮੋਹਤਬਰ ਤੇ ਪੰਚਾਇਤੀ ਖਵਾਉਂਦੇ ਨੇ। ਇੱਕ ਵਾਰ ਸਾਹਨੇਵਾਲ ਤੋਂ ਵਜ਼ੀਰ ਰਹੇ ਵੀਰਪਾਲ ਸਿੰਘ ਦੇ ਪਰਿਵਾਰ ਤੇ ਸਰਪੰਚ ਸ਼ਮਸ਼ੇਰ ਸਿੰਘ ਹੀਰਾਂ ਦਾ ਝਗੜਾ ਮੇਰੇ ਕੋਲ ਆਇਆ। ਇਹਨਾਂ ਦਾ ਕਦੀ ਕੋਈ ਕਾਰੋਬਾਰ ਸਾਂਝਾ ਸੀ, ਵੱਡਾ ਕਾਰੋਬਾਰ ਸੀ, ਰੌਲਾ ਵੀ ਵੱਡਾ, ਸ਼ੈਲਰਾਂ ਤੇ ਜ਼ਮੀਨਾਂ ਦੀ ਵੰਡ ਵੰਡਾਈ ਦਾ ਕੇਸ ਵੀ ਚੱਲਦੇ ਸਨ। ਵਜ਼ੀਰ ਦੇ ਭਰਾ ਮੀਤਪਾਲ ਸਿੰਘ ਨੇ ਅਰਜ਼ ਕੀਤੀ ਕਿ ਗੁਰੂ ਜੀ ਨੂੰ ਸਾਡਾ ਨਿਬੇੜਾ ਕਰ ਦਿਓ। ਵਜ਼ੀਰ ਦੇ ਭਰਾ ਮੀਤਪਾਲ ਨੇ ਅਰਜ਼ ਕੀਤੀ, ਗੁਰੂ ਜੀ ਨੂੰ ਸਾਡਾ ਨਿਬੇੜਾ ਕਰਾ ਦਿਓ। ਉਹਨਾਂ ਮੈਨੂੰ ਹੁਕਮ ਕੀਤਾ, ਇਹ ਵੀ ਮੇਰੇ ਹਿੱਸੇ ਆਇਆ ਕਿ ਭੈਣੀ ਸਾਹਿਬ ਦਾ ਸਰਪੰਚ ਬਣਨ ਪਿੱਛੋਂ ਆਲੇ ਦੁਆਲੇ ਦੇ 60-70 ਪਿੰਡ ਹੀ ਨਹੀਂ, ਸਗੋਂ ਪੰਜਾਬ 'ਚੋਂ ਕਈ ਥਾਵਾਂ ਤੋਂ ਫੈਸਲੇ ਭੈਣੀ ਸਾਹਿਬ ਆਉਣ ਲੱਗੇ। ਮੈਥੋਂ ਪਹਿਲਾਂ ਭੈਣੀ ਸਾਹਿਬ ਦੀ ਸਰਪੰਚੀ ਦਾ ਕੋਈ ਵਕਤ ਨਹੀਂ ਸੀ, ਪਹਿਲਾਂ ਮੁਖਤਿਆਰ ਹੀ ਸਭ ਕੁਝ ਹੁੰਦਾ ਸੀ। ਮੈਨੂੰ ਮਾਣ ਆ ਕਿ ਇੱਥੋਂ ਦੀ ਸਰਪੰਚੀ ਦੀ ਟੌਰ ਮੈਂ ਬਣਾਈ। ਮੈਂ ਦੋਹਾਂ ਧਿਰਾਂ ਨੂੰ ਬੁਲਾ ਲਿਆ, ਮੀਤਪਾਲ ਸਿੰਘ ਤੇ ਸ਼ਮਸ਼ੇਰ ਸਿੰਘ, ਦੋਵੇਂ ਮੈਥੋਂ ਉਮਰ 'ਚੋਂ ਵੀ ਵੱਡੇ, ਤਜਰਬੇ 'ਚੋਂ ਵੀ ਤੇ ਸਿਆਸੀ ਕੱਦ-ਕਾਠ 'ਚੋਂ ਵੀ। ਅਜਿਹੇ ਵੇਲੇ ਮੇਰਾ ਸਾਹਿਤ ਪੜ੍ਹਿਆ ਤੇ ਬਜ਼ੁਰਗਾਂ ਕੋਲ ਬੈਠਿਆ ਕੰਮ ਆਉਂਦਾ। ਖੁਰਸ਼ੀਦੀ ਜੀ ਦੇ ਸੁਖਚੈਨ ਭਾਅ ਜੀ ਨੂੰ ਨਾਲ ਬਿਠਾ ਲੈਂਦਾ, ਜਿਹੜੇ ਬਹੁਤੀਆਂ ਗੱਲਾਂ 'ਚੋਂ ਮੈਥੋਂ ਸਿਆਣੇ ਹੋਣ ਤੇ ਮੇਰੀ ਇੱਜ਼ਤ ਤੇ ਮਾਣ ਬਣਾਈ ਰੱਖਦੇ। ਉਸ ਦਿਨ ਸ਼ਮਸ਼ੇਰ ਸਿੰਘ ਨੇ ਇੱਕੋ ਗੱਲ ਨਾਲ ਸਾਨੂੰ ਮੁੱਲ ਲੈ ਲਿਆ। ਉਸਨੇ ਬੋਲਣ ਦੀ ਆਗਿਆ ਮੰਗੀ ਤੇ ਕਿਹਾ, ਇਹ ਪੰਚਾਇਤ ਹੈ, ਉਹ ਵੀ 7 ਪੁਰਖਾਂ ਦੀ, ਇੱਥੇ ਸਾਨੂੰ ਸੱਚ ਬੋਲਣਾ ਚਾਹੀਦਾ। ਮੈਂ ਦੱਸਦਾ ਕਿ ਆਹ ਕੇਸ ਇਹਨਾਂ ਤੇ ਮੈਂ ਝੂਠੇ ਪਾਏ ਨੇ, ਫਲਾਣੀਆਂ ਐਂਟਰੀਆਂ ਮੇਰੀਆਂ ਬੋਗਸ ਨੇ, ਇੰਨਾ ਕੁਛ ਮੇਰਾ ਅਸਲੀ ਆ, ਫਿਰ ਵੀ ਤੁਸੀਂ ਜੋ ਫੈਸਲਾ ਕਰੋਗੇ ਮੈਨੂੰ ਮਨਜ਼ੂਰ ਹੋਵੇਗਾ, ਮੈਂ ਲਿਖ ਕੇ ਦਿੰਦਾ ਹਾਂ। ਪਰ ਵਜ਼ੀਰ ਦੇ ਭਰਾ ਨੇ ਇੱਕ ਗੱਲ ਵੀ ਸਵਾਦ ਵਾਲੀ ਨਾ ਕੀਤੀ। ਮੈਂ ਸਾਰੀ ਗੱਲ ਦੱਸ ਕੇ ਗੁਰੂ ਜੀ ਨੂੰ ਅਰਜ਼ ਕੀਤੀ ਕਿ ਸ਼ਮਸ਼ੇਰ ਸਿੰਘ ਸਹੀ ਆ। ਉਸ ਦਿਨ ਤੋਂ ਸ਼ਮਸ਼ੇਰ ਸਿੰਘ ਸਾਡੇ ਨਾਲ ਜੁੜ ਗਏ। ਇਹ ਉਹੀ ਸ਼ਮਸ਼ੇਰ ਸਿੰਘ ਸੀ ਜਿਸ ਨੇ ਲੁਧਿਆਣੇ ਰੈਲੀ 'ਚੋਂ ਜਾਂ ਐਵੇਂ ਕਿਸੇ ਬਜ਼ੁਰਗ ਨੂੰ ਕੰਮ ਕਰਾਉਣ ਲਈ ਕਥਾ ਸੁਣਾ ਕੇ ਮੈਨੂੰ ਖੁਸ਼ ਕਰ। ਇਹ ਉਹੀ ਸ਼ਮਸ਼ੇਰ ਸਿੰਘ ਸੀ ਜਿਸ ਨੇ ਲੁਧਿਆਣੇ ਰੈਲੀ 'ਚੋਂ ਜਾ ਰਹੀ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਬਿਨਾਂ ਪ੍ਰੋਗਰਾਮ ਤੋਂ ਆਪਣੇ ਪਿੰਡ ਹੀਰਾਂ ਵਿੱਚ ਰੋਕ ਕੇ ਜਲ ਪਾਣੀ ਛਕਾਇਆ ਸੀ। ਪਿੱਛੋਂ ਇਹਨਾਂ ਬੜੇ ਫੈਸਲਿਆਂ ਵਿੱਚ ਮੇਰੀ ਮਦਦ ਕੀਤੀ। ਐਵੇਂ ਕਿਸੇ ਬਜ਼ੁਰਗ ਨੇ ਕੰਮ ਕਰਾਉਣ ਲਈ ਕਥਾ ਕਹਾਣੀ ਸੁਣਾ ਕੇ ਮੈਨੂੰ ਖੁਸ਼ ਕਰ ਦੇਣਾ। ਇੱਕ ਵਾਰੀ ਜੱਟ ਹਲਟ ਹੱਕ ਰਿਹਾ ਸੀ, ਬਲਦ ਤਕੜੇ ਸੀ, ਗਾਦੀ ਉੱਤੇ ਬੈਠੇ ਦੀ ਅੱਖ ਲੱਗ ਗਈ। ਚੋਰ ਉਹਦੇ ਪਿੱਛੇ ਬਲਦਾਂ ਪਿੱਛੇ ਲੱਗੇ ਹੋਏ ਸਨ।
ਮੌਕਾ ਬਣਿਆ ਦੇਖ ਕੇ ਚੋਰਾਂ ਨੇ ਉਤਲਾ ਬਲਦ ਪੰਜਾਲੀ ਥੱਲਿਓਂ ਕੱਢ ਆਪਣੇ ਇੱਕ ਤਗੜੇ ਸਾਥੀ ਨੂੰ ਉੱਥੇ ਜੋੜ ਦਿੱਤਾ ਤੇ ਕਿਹਾ ਕਿ ਜਦੋਂ ਅਸੀਂ ਬਲਦ ਨੂੰ ਲੈ ਕੇ ਦੂਰ ਨਿਕਲ ਗਏ ਤਾਂ ਜੂੜਾ ਸਿੱਟ ਕੇ ਭੱਜ ਜਾਈਂ। ਜੱਟ ਦੀ ਅੱਖ ਛੇਤੀ ਖੁੱਲ੍ਹ ਗਈ। ਉਹਨੇ ਦੇਖਿਆ ਬਲਦ ਤਾਂ ਲੈ ਗਈ, ਪਰ ਉਹਦੀ ਜਗ੍ਹਾ ਜੁੜਿਆ ਬੰਦਾ ਉਹਦੇ ਨਾਲੋਂ ਵੀ ਤਕੜਾ। ਜੇ ਰੌਲਾ ਪਾਇਆ ਤਾਂ ਕੁੱਟੂ। ਫਿਰ ਜੱਟ ਵਿਦਿਆ ਉਹਦੇ ਕੰਮ ਆਈ। ਉਹ ਹੇਠਲੇ ਬਲਦ ਨੂੰ ਛੇੜ ਕੇ ਕਹਿੰਦਾ, ਉਹ ਚੱਲ ਸਾਵਿਆ, ਉਧਰ ਵੀ ਮਰਦ ਦੇ ਕੰਨ ਉੱਤੇ ਆਈ ਆ, ਕਿਸੇ ਕੰਢੇ ਲਾ ਕੇ ਛੱਡੂ। ਪੰਜਾਲੀ ਥੱਲੇ ਆਇਆ। ਚੋਰ ਰੁਕਿਆ ਤੇ ਸਾਥੀਆਂ ਨੂੰ ਹਾਕ ਮਾਰ ਕੇ ਬੋਲਿਆ, ਇਹਦਾ ਬਲਦ ਮੋੜ ਦੋ ਯਾਰੋ। ਕੋਈ ਬਜ਼ੁਰਗ ਮੈਨੂੰ ਇਹ ਕਥਾ ਸੁਣਾ ਕੇ ਕਹਿੰਦਾ, ਹੁਣ ਸਾਡੇ ਕੰਮ ਦੀ ਪੰਜਾਲੀ ਵੀ ਤੇਰੇ ਵਰਗੇ ਮਰਦ ਦੇ ਕੰਨੇ ਉੱਤੇ ਆ। ਸਾਨੂੰ ਪਤਾ ਤੂੰ ਵਿਚਾਲੇ ਡੋਬਾ ਨਹੀਂ ਦਿੰਦਾ। ਮੈਂ ਖੁਸ਼ ਹੋ ਜਾਣਾ। ਕਈ ਵਾਰੀ ਗਲਤ ਠੀਕ ਵੀ ਨਾ ਦੇਖਣਾ। ਇਹ ਸੋਚਣਾ ਹੀ ਨਾ ਕਿ ਪਹਿਲਾਂ ਉਹਨੇ ਮਰਦ ਨੂੰ ਪ੍ਰਭਾਸ਼ਿਤ ਕੀਤਾ ਆਪਣੇ ਮੁਤਾਬਿਕ, ਫਿਰ ਮੈਨੂੰ ਉਹ ਮਰਦ ਬਣ ਲਈ ਕਿਹਾ ਤਾਂ ਮੈਂ ਬਣ ਗਿਆ। ਉਹਨਾਂ ਕੰਢੇ ਲਾਵਾਂ ਸੋਚ ਕੇ ਗਲਤ ਜ਼ੋਰ ਲਾਉਣਾ ਵਿੱਤੋਂ ਬਾਹਰਾ। ਮੈਂ ਦੱਸਿਆ ਨਾ ਕਿ ਗੱਲ ਦੀ ਕੀਮਤ ਹੁੰਦੀ ਆ। ਇੱਕ ਵਾਰੀ ਮੈਂ ਤੇ ਸਵੀ ਉਹਦੀ ਕਾਰ ਨੂੰ ਨਵੇਂ ਟਾਇਰ ਪਵਾਉਣ ਗਏ। ਟਾਇਰ ਵਾਲਾ ਕਹਿੰਦਾ 3,500 ਦੇ, ਰੇਡੀਅਲ 5500 ਦੇ। ਅਸੀਂ ਪੁੱਛਿਆ ਇਹਨਾਂ 'ਚੋਂ ਫ਼ਰਕ ਕੀ ਏ? ਉਹ ਕਹਿੰਦਾ ਜੀ ਫ਼ਰਕ ਤਾਂ ਪਤਾ ਨਹੀਂ, ਪਰ ਬ੍ਰੇਕ ਮਾਰਿਆ ਗੱਡੀ ਬੱਥਕ ਵਾਂਗੂ ਬਹਿੰਦੀ ਏ। ਅਸੀਂ ਨਿਹਾਲ ਹੋ ਗਏ। ਕੁਝ ਛੱਡ ਛੁਡਾ ਕਰਨ ਦੀ ਥਾਂ 100 ਰੁਪਇਆ ਹੋਰ ਦਿੱਤਾ ਸਵੀ ਹੋਰਾਂ। ਉਹਨਾਂ ਗੱਲ ਦੀ ਵੀ ਵਾਧੂ ਦਾਤ ਦਿੱਤੀ। ਮੈਂ ਜੈਸਾ ਹੂੰ ਮੈਂ ਵੈਸਾ ਕਿਉਂ ਹੂੰ ਵਿੱਚੋਂ ਲੇਖਕ ਸੁਖਜੀਤ, ਆਵਾਜ਼ ਜੱਸੀ ਸੰਧੂ। ਫਿਰ ਮਿਲਦੇ ਹਾਂ ਬਹੁਤ ਹੀ ਪਿਆਰੀ ਕਹਾਣੀ ਦੇ ਨਾਲ। ਤਦ ਤੱਕ ਲਈ ਰੱਬ ਰੱਖਾ।